ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਘਰ ਧੰਨ ਧੰਨ ਹੈ। ਬਾਦਸ਼ਾਹ ਆਦਿ ਸਭ ਪ੍ਰਸੰਨ ਹੋ ਕੇ ਗੁਰੂ ਜੀ ਦੇ ਦਰਸ਼ਨ ਕਰਦੇ ਸਨ। ਇਸ ਤਰ੍ਹਾਂ ਸਤਿਗੁਰੂ ਜੀ ਦਾ ਜਗਤ ਵਿੱਚ ਬਹੁਤ ਵੱਡਾ ਪ੍ਰਤਾਪ ਪ੍ਰਗਟ ਹੋਇਆ। ਦੇਸ਼ਾਂ ਵਿਦੇਸ਼ਾਂ ਦੀ ਸੰਗਤ ਆਉਂਦੀ ਸੀ ਤੇ ਦਰਸ਼ਨ ਕਰਕੇ ਉਪਹਾਰ ਅਰਪਣ ਕਰਦੀ ਸੀ। ਸਿੱਖ ਮੂੰਹ ਮੰਗੀਆਂ ਮੁਰਾਦਾਂ ਪਾਉਂਦੇ ਸਨ ਤੇ ਅੱਗੇ ਖੜੇ ਹੋ ਕੇ ਬੇਨਤੀਆਂ ਉਚਾਰਨ ਕਰਦੇ ਸਨ। ਇੱਕ ਬਿਰਧ ਇਸਤਰੀ ਨੇ ਸਤਿਗੁਰੂ ਜੀ ਵਿੱਚ ਸ਼ਰਧਾ ਧਾਰ ਕੇ ਹਿਰਦੇ ਵਿੱਚ ਪ੍ਰੇਮ ਭਗਤੀ ਦੀ ਲਿਵ ਲਗਾਈ ਸੀ। ਉਹ ਦਿਨ ਰਾਤ ਗੁਰੂ ਜੀ ਦੀ ਸੂਰਤ ਵਿੱਚ ਧਿਆਨ ਧਾਰਨ ਕਰਦੀ ਸੀ ਤੇ ਚਿੱਤ ਵਿੱਚ ਯਾਦ ਕਰਕੇ ਬਲਿਹਾਰ ਜਾਂਦੀ ਸੀ। ਘਰ ਵਿੱਚ ਬਹੁਤ ਗਰੀਬੀ ਸੀ, ਭੋਜਨ ਵੀ ਪ੍ਰਾਪਤ ਨਹੀਂ ਸੀ ਹੁੰਦਾ, ਪਰ ਦਿਲ ਵਿੱਚ ਪ੍ਰੇਮ ਸੀ। ਗੁਰੂ ਜੀ ਦੀ ਆਪਣੇ ਹੱਥੀਂ ਸੇਵਾ ਕਰਨਾ ਚਾਹੁੰਦੀ ਸੀ। ਸੋਚਦੀ ਸੀ ਕਿ ਮੇਰੇ ਹੱਥਾਂ ਤੋਂ ਕਿਸ ਵਿਧੀ ਨਾਲ ਬਣ ਆਵੇ, ਤਦ ਹੀ ਮੈਂ ਆਪਣਾ ਜੀਵਨ ਸਫਲ ਪਾਵਾਂਗੀ। ਇੱਕ ਦਿਨ ਕੁਝ ਧਰਮ ਕਿਰਤ ਕਰਕੇ 1 ਟਕਾ ਮਿਹਨਤ ਦਾ ਲਿਆ, ਭੋਜਨ ਦੀ ਸਮੱਗਰੀ ਖਰੀਦੀ ਤੇ ਆਪਣੇ ਘਰ ਵਿੱਚ ਆ ਕੇ ਲਪਾਈ ਕੀਤੀ। ਆਪਣੇ ਕੱਪੜੇ ਧੋ ਕੇ ਜਲ ਵਿੱਚ ਇਸ਼ਨਾਨ ਕਰਕੇ ਮੈਲਹੀਨ ਹੋ ਗਈ। ਸਭ ਵਿਧੀਆਂ ਨਾਲ ਸੁਚਮਤਾ ਇਕੱਠੀ ਕਰਕੇ ਦਿਲ ਵਿੱਚ ਸ੍ਰੇਸ਼ਟ ਪ੍ਰੇਮ ਦਾ ਪ੍ਰਵਾਹ ਚੱਲ ਪਿਆ। 2 ਰੋਟੀਆਂ ਪਕਾਈਆਂ ਤੇ ਘਿਓ ਤੇ ਖੰਡ ਉੱਪਰ ਪਾਈ। ਚੰਗੀ ਵਿਧੀ ਨਾਲ ਤਿਆਰ ਕਰਕੇ ਉਹਨਾਂ ਨੂੰ ਬਰਤਨ ਦੇ ਵਿੱਚ ਬੜੇ ਪ੍ਰੇਮ ਨਾਲ ਧਰ ਲਿਆ। ਉਹਨਾਂ ਨੂੰ ਰੁਮਾਲ ਦੇ ਨਾਲ ਢੱਕ ਕੇ ਤੇ ਹੱਥ ਉੱਤੇ ਰੱਖ ਕੇ ਘਰ ਵਿੱਚੋਂ ਬਾਹਰ ਨਿਕਲ ਕੇ ਚੱਲ ਪਈ। ਮੈਂ ਗੁਰੂ ਜੀ ਦੇ ਪਾਸ ਕਿਵੇਂ ਪਹੁੰਚਾਂ, ਮਨ ਵਿੱਚ ਗਿਣਤੀਆਂ ਕਰਦੀ ਸੀ। ਮੇਰੇ ਹੱਥੋਂ ਰੋਟੀ ਲੈ ਕੇ ਕਿਵੇਂ ਖਾ ਲੈਣਗੇ, ਜਿੱਥੇ ਹਜ਼ਾਰਾਂ ਲੋਕਾਂ ਦੀ ਭੀੜ ਲੱਗੀ ਹੈ। ਬੜੀ ਦੇਰ ਦੀ ਮੇਰੀ ਖੁਆਇਸ਼ ਹੈ ਕਿ ਸਤਿਗੁਰੂ ਜੀ ਦੇ ਨੇੜੇ ਜਾ ਕੇ ਉਹਨਾਂ ਦੀ ਸੇਵਾ ਕਰਾਂ। ਹੇ ਅੰਤਰਜਾਮੀ ਸਤਿਗੁਰੂ ਜੀ, ਮੇਰੀ ਕਾਮਨਾ ਪੂਰੀ ਕਰੋ, ਜਿਵੇਂ ਸ਼੍ਰੀ ਰਾਮਚੰਦਰ ਜੀ ਨੇ ਭੀਲਣੀ ਦੀ ਖੁਆਇਸ਼ ਪੂਰੀ ਕੀਤੀ ਸੀ। ਗੁਰੂ ਹਰਿਰਾਏ ਜੀ ਨੂੰ ਪ੍ਰੇਮ ਦੀ ਪਛਾਣ ਹੈ, ਜਿਵੇਂ ਸ਼੍ਰੀ ਕ੍ਰਿਸ਼ਨ ਜੀ ਨੇ ਸੁਦਾਮੇ ਦੇ ਪੱਲੇ ਵਿੱਚੋਂ ਚਾਵਲ ਲੈ ਲਏ ਸਨ। ਇਸ ਤਰ੍ਹਾਂ ਗਿਣਤੀਆਂ ਮਿਣਤੀਆਂ ਕਰਦੀ ਸੀ। ਸਤਿਗੁਰੂ ਜੀ ਨੇ ਸਾਰੀ ਗੱਲ ਜਾਣ ਲਈ। ਘੋੜੇ 'ਤੇ ਚੜ੍ਹ ਕੇ ਸ਼ਿਕਾਰ ਖੇਡਣ ਚੱਲ ਪਏ ਤੇ ਉਸ ਦੇ ਘਰ ਵੱਲ ਚਲੇ ਗਏ। ਸੈਂਕੜੇ ਅਸਵਾਰ ਸ਼ਸਤਰਬੱਧ ਹੋ ਕੇ ਗੁਰੂ ਜੀ ਦੇ ਪਿੱਛੇ ਆ ਗਏ। ਬੜੀ ਚੰਚਲਤਾ ਕਰਦੇ ਸਨ ਤੇ ਘੋੜਿਆਂ ਨੂੰ ਕੁਦਵਾਉਂਦੇ ਸਨ ਤੇ ਬੜੀ ਵੱਡੀ ਸ਼ੋਭਾ ਪਾ ਰਹੇ ਸਨ। ਬਿਰਧ ਇਸਤਰੀ ਰਾਹ ਛੱਡ ਕੇ ਇੱਕ ਥਾਂ ਖੜੀ ਹੋ ਗਈ ਤੇ ਮਨ ਵਿੱਚ ਚਰਨ ਬੰਦਨਾ ਕੀਤੀ। ਹਿਰਦੇ ਵਿੱਚ ਇਹ ਜਾਣਿਆ ਕਿ ਸਭ ਅਸਵਾਰਾਂ ਨੂੰ ਛੱਡ ਕੇ ਮੈਥੋਂ ਕਿਵੇਂ ਭੋਜਨ ਛਕ ਲੈਣਗੇ। ਮੇਰੀ ਸੇਵਾ ਅਸਫਲ ਹੋਈ ਹੈ। ਸਰੂਪ ਵੇਖ ਕੇ ਬਲਿਹਾਰ ਜਾਵਾਂਗੀ। 20 ਕੁ ਸਾਲਾਂ ਦੀ ਚੜ੍ਹਦੀ ਉਮਰ ਹੈ। ਬਿਰਧ ਸਿੱਖਣੀ, ਜਿਸ ਵਿੱਚ ਬਹੁਤ ਸ਼ਰਧਾ ਹੈ, ਭੋਜਨ ਲੈ ਕੇ ਬੜੇ ਪ੍ਰੇਮ ਨਾਲ ਖੜੀ ਹੈ। ਬਹੁਤ ਅਸਵਾਰ ਘੋੜੇ ਭਜਾਈ ਜਾ ਰਹੇ ਸਨ ਤੇ ਉਸ ਸਮੇਂ ਰਾਹ ਦੇ ਵਿੱਚ ਬਹੁਤ ਧੂੜ ਉੱਡ ਰਹੀ ਸੀ। ਸਤਿਗੁਰੂ ਜੀ ਨੇ ਕਹਿ ਕੇ ਸਭ ਨੂੰ ਰੋਕ ਦਿੱਤਾ, ਇੱਥੇ ਰੁਕ ਜਾਓ, ਅੱਗੇ ਨਾ ਜਾਓ। ਘੋੜੇ ਨੂੰ ਫੇਰ ਕੇ ਉਸ ਬਿਰਧ ਇਸਤਰੀ ਪਾਸ ਪਹੁੰਚ ਗਏ। ਫਿਰ ਅੰਤਰਜਾਮੀ ਗੁਰੂ ਜੀ ਨੇ ਪਾਸ ਜਾ ਕੇ ਕਿਹਾ, ਸਾਨੂੰ ਬੜੀ ਭੁੱਖ ਲੱਗੀ ਹੈ। ਮਾਤਾ ਜੀ, ਭੋਜਨ ਦਿਓ, ਜਿਹੜਾ ਤੁਸੀਂ ਤਿਆਰ ਕਰਕੇ ਹੱਥ 'ਤੇ ਚੁੱਕ ਕੇ ਲਿਆਂਦਾ ਹੈ। ਫਿਰ ਸ਼ਿਕਾਰ ਖੇਡਣ ਲਈ ਬਾਹਰ ਜਾਵਾਂਗੇ। ਉੱਥੇ ਜਾ ਕੇ ਬਹੁਤ ਭੁੱਖ ਲੱਗੇਗੀ। ਬਿਰਧ ਮਾਤਾ ਸੁਣ ਕੇ ਬਹੁਤ ਪ੍ਰਸੰਨ ਹੋਈ, ਜਿਵੇਂ ਅੰਮ੍ਰਿਤ ਵਰਸ਼ਾ ਹੋਈ ਹੋਵੇ। ਗੁਰੂ ਜੀ ਨਾਲ ਇੰਨੀ ਪ੍ਰੀਤ ਕਰਦੀ ਸੀ ਕਿ ਕਾਹਲੀ ਕਾਹਲੀ ਪਾਣੀ ਲਿਆਉਣਾ ਭੁੱਲ ਗਈ। ਹੱਥ ਧੋਣ ਤੋਂ ਬਗੈਰ ਹੀ ਸਤਿਗੁਰੂ ਜੀ ਨੇ ਭੋਜਨ ਲੈ ਲਿਆ ਤੇ ਸਿੱਖ ਦੇ ਪ੍ਰੇਮ ਦੇ ਆਸਰੇ ਭੋਜਨ ਛਕਣ ਲੱਗੇ। ਇਸ ਭੋਜਨ ਵਿੱਚ ਬੜੇ ਸਵਾਦ ਭਰੇ ਹਨ, ਇਹ ਕਹਿ ਕੇ ਭੋਜਨ ਛਕ ਰਹੇ ਸਨ ਤੇ ਸਾਰੀ ਸੈਨਾ ਖਲੋਤੀ ਵੇਖ ਰਹੀ ਸੀ। ਬਿਰਧ ਇਸਤਰੀ ਗੁਰੂ ਜੀ ਨੂੰ ਭੋਜਨ ਛਕਦਿਆਂ ਨੂੰ ਵੇਖ ਕੇ ਅਨੇਕ ਪ੍ਰਕਾਰ ਬੇਨਤੀਆਂ ਕਰਦੀ ਸੀ
हे ਪ੍ਰਭੂ ਜੀ, ਮੈਂ ਅਨਾਥ ਤੁਹਾਡੀ ਦਾਸੀ ਹਾਂ। ਮੇਰੀ ਸ਼ਰਧਾ ਨੂੰ ਤੁਸੀਂ ਇਸ ਵਾਰ ਰੱਖਿਆ ਹੈ। ਕਰਮਾ ਬਾਈ ਭਗਤਣੀ ਤੁਹਾਨੂੰ ਰੋਜ਼ ਖਿਚੜੀ ਖਵਾਇਆ ਕਰਦੀ ਸੀ, ਜਿਹੜੀ ਤੁਸੀਂ ਕ੍ਰਿਸ਼ਨ ਮੁਰਾਰੀ ਦੇ ਰੂਪ ਵਿੱਚ ਖਾਧੀ ਸੀ। ਮੈਂ 2 ਦਿਨ ਯਤਨ ਕਰਦੀ ਰਹੀ ਹਾਂ, ਤੁਹਾਡੇ ਵਾਸਤੇ ਭੋਜਨ ਤਿਆਰ ਕਰਕੇ ਲਿਆਈ ਹਾਂ। ਤੁਸੀਂ ਕਿਰਪਾ ਕਰਕੇ ਪੂਰਨ ਪ੍ਰੇਮ ਕੀਤਾ ਹੈ, ਇਸ ਕਰਕੇ ਹੀ ਤੁਹਾਨੂੰ ਦੀਨ ਬੰਧੂ ਕਹਿੰਦੇ ਹਨ। ਤੁਸੀਂ ਅਭਿਮਾਨੀ ਦੇ ਘਰ ਨਹੀਂ ਜਾਂਦੇ ਹੋ, ਬਿਦਰ ਦੇ ਘਰ ਭੋਜਨ ਖਾਣ ਗਏ ਸੀ। ਆਪਣੇ ਦਾਸਾਂ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਹੋ, ਇਸ ਕਰਕੇ ਭਗਤ ਵਛਲ ਕਹਾਉਂਦੇ ਹੋ। ਦੀਨ ਦਿਆਲ ਦੀ ਤੁਹਾਡੀ ਬਾਣ ਹੈ, ਮੇਰਾ ਇਸ ਪ੍ਰਕਾਰ ਨਿਸ਼ਚਾ ਹੈ। ਦੋਵੇਂ ਰੋਟੀਆਂ ਘਿਓ ਖੰਡ ਸਮੇਤ ਸਨ। ਗੁਰੂ ਜੀ ਨੇ ਉਹਨਾਂ ਨੂੰ ਇਸ ਤਰ੍ਹਾਂ ਛਕਿਆ ਜਿਵੇਂ ਬਹੁਤ ਭੁੱਖੇ ਹੋਣ। ਇਸ ਤਰ੍ਹਾਂ ਤ੍ਰਿਪਤ ਹੋ ਗਏ ਤੇ ਵਰ ਦੇ ਕੇ ਸਤਿਗੁਰੂ ਜੀ ਅੱਗੇ ਚੱਲ ਪਏ। ਸਿੱਖ ਸੇਵਕ ਸਭ ਸੂਰਮੇ ਨਾਲ ਸਨ। ਉਹ ਵੇਖ ਵੇਖ ਕੇ ਬਹੁਤ ਹੈਰਾਨ ਹੋਏ। ਮਨ ਵਿੱਚ ਸ਼ੰਕਾਮਈ ਹੋ ਕੇ ਸਾਰੇ ਸੂਰਮਿਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਸਤਿਗੁਰੂ ਜੀ, ਇਸ ਬਿਰਧ ਪਾਸੋਂ ਤੁਸੀਂ ਭੋਜਨ ਲੈ ਕੇ ਮੁੱਖ ਨਾਲ ਛਕ ਲਿਆ ਹੈ। ਖਾਣ ਤੋਂ ਪਹਿਲਾਂ ਤੁਸੀਂ ਜਲ ਨਾਲ ਹੱਥ ਵੀ ਨਹੀਂ ਧੋਤੇ ਤੇ ਪਾਣੀ ਪਾਸ ਨਾ ਹੋਣ ਕਰਕੇ ਤੁਸੀਂ ਚੁੱਲੀ ਵੀ ਨਹੀਂ ਕੀਤੀ। ਘੋੜੇ ਤੇ ਚੜ੍ਹਿਆਂ ਹੀ ਭੋਜਨ ਛਕ ਲਿਆ ਹੈ, ਇਸ ਦਾ ਕੀ ਕਾਰਨ ਹੈ? ਇਸ ਬਾਰੇ ਚਾਨਣਾ ਪਾਓ। ਨਵੀਂ ਜੁਗਤੀ ਆਪ ਨੇ ਕੀਤੀ ਹੈ, ਪਹਿਲਾਂ ਇਹ ਰੀਤ ਕਦੇ ਵੀ ਨਹੀਂ ਹੋਈ। ਸਦਾ ਹੱਥ ਸੁੱਚੇ ਕਰਕੇ ਭੋਜਨ ਛਕਦੇ ਅਤੇ ਚੌਂਕੇ ਵਿੱਚ ਪਰਮ ਪਵਿੱਤਰਤਾ ਰੱਖਦੇ ਹੋ। ਸਾਰਿਆਂ ਦੇ ਮਨ ਵਿੱਚ ਸ਼ੰਕਾ ਹੈ, ਹੇ ਪ੍ਰਭੂ ਜੀ, ਅਸੀਂ ਹੈਰਾਨ ਹੋਏ ਚਿੱਤ ਵਿੱਚ ਵਿਚਾਰ ਕਰ ਰਹੇ ਹਾਂ। ਸਾਰਿਆਂ ਪਾਸੋਂ ਸੁਣ ਕੇ ਸਤਿਗੁਰੂ ਜੀ ਮੁਸਕਰਾਏ ਤੇ ਬੇਨਤੀ ਸੁਣ ਕੇ ਕੋਈ ਬਚਨ ਨਾ ਕਹੇ, ਭਾਵ ਚੁੱਪ ਰਹੇ। ਕਿਸੇ ਨੂੰ ਵੀ ਕੋਈ ਉੱਤਰ ਨਾ ਦਿੱਤਾ ਤੇ ਬਾਹਰ ਸ਼ਿਕਾਰ ਖੇਡਣ ਚਲੇ ਗਏ। ਦੂਰ ਤੱਕ ਭਜਾ ਕੇ ਤੇ ਥਕਾ ਕੇ ਇੱਕ ਹਿਰਨ ਨੂੰ ਫੜਿਆ ਤੇ ਸੇਵਕਾਂ ਨੇ ਫੜ ਕੇ ਗਲ ਵਿੱਚ ਰੱਸਾ ਪਾ ਲਿਆ। ਫਿਰ ਵਾਪਸ ਮੁੜ ਕੇ ਆਪਣੇ ਘਰ ਨੂੰ ਆ ਗਏ। ਸਾਰੀ ਸੈਨਾ ਆਪਣੇ ਘੋੜਿਆਂ ਤੇ ਸਵਾਰ ਸੀ। ਬਹੁਤ ਆਨੰਦ ਮੰਗਲ ਹੋਏ। ਸਤਿਗੁਰੂ ਜੀ ਸਭਾ ਦੇ ਵਿੱਚ ਬੈਠੇ ਸਨ। ਰਾਤ ਪੈ ਗਈ ਤਾਂ ਸਿੱਖ ਸੇਵਕ ਆਪਣੇ ਆਪਣੇ ਡੇਰਿਆਂ ਵਿੱਚ ਜਾ ਕੇ ਸਾਰੇ ਹੀ ਵਿਚਾਰ ਕਰਦੇ ਸਨ। ਸ਼ਿਕਾਰ ਚੜ੍ਹਨ ਸਮੇਂ ਸਤਿਗੁਰੂ ਜੀ ਭੁੱਖੇ ਹੋ ਗਏ ਤੇ ਕੁਝ ਭੋਜਨ ਛਕਣਾ ਚਾਹੁੰਦੇ ਸਨ। ਸੁੱਚ ਅਤੇ ਸੰਜਮ ਬਗੈਰ ਭੋਜਨ ਛਕ ਲਿਆ ਤੇ ਬਿਰਧ ਇਸਤਰੀ ਪਾਸੋਂ ਲੈ ਕੇ ਆਪਣੇ ਹੱਥਾਂ ਉੱਤੇ ਧਾਰਨ ਕਰ ਲਿਆ। ਇਸ ਤਰ੍ਹਾਂ ਸੋਚ ਕੇ ਅਗਲੇ ਦਿਨ ਸਿੱਖਾਂ ਨੇ ਭੋਜਨ ਤਿਆਰ ਕੀਤਾ। ਸ਼ਿਕਾਰ ਖੇਡਣ ਵਾਸਤੇ ਘੋੜੇ ਤੇ ਚੜ੍ਹ ਕੇ ਚੱਲ ਪਏ। ਤਦ ਸੇਵਕ ਰਾਹ ਵਿੱਚ ਅੱਗੇ ਹੋ ਕੇ ਮਿਲੇ ਤੇ ਹੱਥਾਂ ਵਿੱਚ ਭੋਜਨ ਧਾਰ ਕੇ ਬਹੁਤ ਬੇਨਤੀ ਕੀਤੀ, ਪ੍ਰਭੂ ਜੀ ਭੋਜਨ ਛਕ ਲਓ, ਆਪ ਜੀ ਦਾ ਭੁੱਖ ਦਾ ਸਮਾਂ ਹੋ ਗਿਆ ਹੈ। ਇਸ ਕਰਕੇ ਅਸੀਂ ਬੜੇ ਪ੍ਰੇਮ ਕਰਕੇ ਭੋਜਨ ਨਾਲ ਲਿਆਂਦਾ ਹੈ। ਮਿੱਠੇ ਅਤੇ ਲੂਣ ਵਾਲੇ ਕਈ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਹਨ। ਆਪਣੀ ਰੁਚੀ ਅਨੁਸਾਰ ਭੋਜਨ ਛਕ ਕੇ ਤ੍ਰਿਪਤ ਹੋ ਜਾਓ। ਇਹ ਸੁਣ ਕੇ ਸਤਿਗੁਰੂ ਸ਼੍ਰੀ ਹਰਿ ਰਾਏ ਜੀ ਨੇ ਕਿਹਾ, ਮਰਿਆਦਾ ਰਹਿਤ ਭੋਜਨ ਕਿਉਂ ਤਿਆਰ ਕੀਤਾ ਹੈ? ਘੋੜੇ ਦੇ ਉੱਪਰ ਚੜ੍ਹੇ ਜਾ ਰਹੇ ਹਾਂ। ਇਹ ਕਿਸ ਸਮੇਂ ਤੁਸੀਂ ਭੋਜਨ ਛਕਾਉਣ ਦਾ ਵਿਚਾਰ ਬਣਾਇਆ ਹੈ? ਸੁੱਚਮ ਨਾਲ ਜਦ ਪਵਿੱਤਰ ਭੋਜਨ ਹੋਵੇ ਤਦ ਹੀ ਭੋਜਨ ਛਕਣ ਨੂੰ ਉਚਿਤ ਨਿਰਧਾਰਿਤ ਕਰੋ। ਰਾਹ ਵਿੱਚ ਇਸ ਸਮੇਂ ਚਲੇ ਜਾ ਰਹੇ ਹਾਂ, ਹੁਣ ਭੋਜਨ ਖਾ ਕੇ ਕਿਵੇਂ ਤ੍ਰਿਪਤ ਹੋਵਾਂਗੇ? ਹੱਥ ਜੋੜ ਕੇ ਸਿੱਖ ਸੰਗਤ ਨੇ ਸ਼ੰਕਾਗ੍ਰਸਤ ਹੋ ਕੇ ਪਹਿਲਾਂ ਬੇਨਤੀ ਕੀਤੀ, ਬਿਰਧ ਇਸਤਰੀ ਪਾਸੋਂ ਤੁਸੀਂ ਭੋਜਨ ਲੈ ਕੇ ਖਾਧਾ ਸੀ। ਉਸ ਸਮੇਂ ਤਾਂ ਤੁਹਾਡੇ ਪਾਸ ਜਲ ਵੀ ਨਹੀਂ ਸੀ। ਘੋੜੇ ਉੱਤੇ ਚੜ੍ਹਿਆਂ ਹੀ ਬੜੇ ਪ੍ਰੇਮ ਨਾਲ ਭੋਜਨ ਛਕਿਆ ਸੀ ਤੇ ਚੁੱਲੀ ਵੀ ਨਹੀਂ ਕੀਤੀ ਸੀ। ਉਸ ਤਰ੍ਹਾਂ ਵੇਖ ਕੇ ਅਸੀਂ ਜਾਣਿਆ ਹੈ ਕਿ ਇਸ ਸਮੇਂ ਆਪ ਜੀ ਨੂੰ ਭੁੱਖ ਲੱਗੀ ਹੋਵੇਗੀ। ਇਸ ਲਈ ਹਿਰਦੇ ਵਿੱਚ ਪ੍ਰਸੰਨਤਾ ਧਾਰ ਕੇ ਅਸੀਂ ਭੋਜਨ ਤਿਆਰ ਕੀਤਾ ਹੈ। ਉਹ ਭੋਜਨ ਕਿਵੇਂ ਛਕਿਆ ਸੀ ਤੇ ਚਿੱਤ ਵਿੱਚ ਰੁਚੀ ਅਨੁਸਾਰ ਉਚਿਤ ਜਾਣਿਆ ਸੀ ਤੇ ਇਸ ਨੂੰ ਪਿਆਰ ਧਾਰਨ ਕਰਕੇ ਕਿਉਂ ਨਹੀਂ ਛਕਦੇ ਹੋ? ਸਾਰਿਆਂ ਦੇ ਮਨ ਵਿੱਚ ਇਹ ਸ਼ੰਕਾ ਹੈ, ਇਸ ਲਈ ਆਪਣਾ ਉੱਤਰ ਉਚਾਰਨ ਕਰੋ। ਸਾਡੇ ਚਿੱਤ ਵਿੱਚ ਤਦ ਹੀ ਸ਼ਾਂਤੀ ਹੋਵੇਗੀ।
ਨਹੀਂ ਤਾਂ ਕੁਝ ਵਿਚਾਰ ਕਰਾਂਗੇ। ਦਾਸ ਜਾਣ ਕੇ ਅਸਲ ਆਸ਼ੇ 'ਤੇ ਚਾਨਣ ਪਾਓ, ਤਾਂ ਕਿ ਸਾਰਿਆਂ ਦੇ ਹਿਰਦਿਆਂ ਵਿੱਚ ਸ਼ੰਕਾ ਨਿਵਰਤ ਹੋ ਜਾਏ। ਸ਼੍ਰੀ ਗੁਰੂ ਹਰਿਰਾਏ ਜੀ ਨੇ ਕਿਹਾ, ਹੇ ਸਿੱਖੋ ਸੁਣੋ। ਬਿਰਧ ਇਸਤਰੀ ਨੇ ਪਵਿੱਤਰ ਭੋਜਨ ਤਿਆਰ ਕੀਤਾ ਸੀ। ਮਨ ਨੂੰ ਸ਼ੁੱਧ ਕਰਕੇ, ਭਗਤੀ ਭਾਵਨਾ ਸਹਿਤ ਹੋ ਕੇ, ਹਿਰਦੇ ਵਿੱਚ ਪ੍ਰੇਮ ਧਾਰ ਕੇ ਅਤੇ ਮਨ ਵਿੱਚ ਨੀਵਿਆਂ ਹੋ ਕੇ ਭੋਜਨ ਬਣਾਇਆ ਸੀ। ਆਪਣੇ ਹੱਥਾਂ ਨਾਲ ਸਾਰਾ ਦਿਨ ਮਿਹਨਤ ਕਰਕੇ ਕਮਾਈ ਕੀਤੀ ਸੀ। ਉਸ ਕਮਾਈ ਨਾਲ ਅਨਾਜ ਮੁੱਲ ਲਿਆਈ ਸੀ। ਹੱਥਾਂ ਦੀ ਕਾਰ ਕਰਨ ਨਾਲ ਸਭ ਕੁਝ ਪਵਿੱਤਰ ਹੋ ਗਿਆ ਸੀ। ਜਿੱਥੇ ਬਹੁਤ ਜ਼ਿਆਦਾ ਪ੍ਰੇਮ ਹੋਵੇ, ਉੱਥੇ ਅਸੀਂ ਖਾਣ ਵਾਸਤੇ ਲਲਚਾ ਜਾਂਦੇ ਹਾਂ ਤੇ ਕਿਸੇ ਤਰ੍ਹਾਂ ਵੀ ਛੱਡ ਨਹੀਂ ਸਕਦੇ। ਪ੍ਰੇਮ ਭਗਤੀ ਨਾਲ ਭੋਜਨ ਬਹੁਤ ਸਵਾਦੀ ਹੋ ਜਾਂਦਾ ਹੈ ਤੇ ਉੱਥੇ ਮੈਂ ਆਪ ਪਹੁੰਚ ਕੇ ਭੋਜਨ ਛਕਦਾ ਹਾਂ। ਨਾ ਕਰਨ ਯੋਗ ਨੂੰ ਵੀ ਕਰਨ ਵਿੱਚ ਫਿਰ ਲਾਜ ਨਹੀਂ ਸਮਝਦਾ ਹਾਂ ਤੇ ਸੱਚੇ ਪ੍ਰੇਮ ਦੇ ਵਸ ਹੋ ਕੇ ਬੜਾ ਪ੍ਰੇਮ ਧਾਰ ਭੋਜਨ ਛਕਦਾ ਹਾਂ। ਇਸ ਤਰ੍ਹਾਂ ਸੁਭਾਵਕ ਹੀ ਆਦਿ ਤੋਂ ਸਭ ਯੁਗਾਂ ਵਿੱਚ ਕਰਦਾ ਆਇਆ ਹਾਂ। ਤ੍ਰੇਤੇ ਯੁੱਗ ਵਿੱਚ ਭੀਲਣੀ ਦੇ ਬੇਰ ਖਾਣ ਵਾਸਤੇ ਉਸ ਦੇ ਆਸ਼ਰਮ ਵਿੱਚ ਪਹੁੰਚਿਆ ਸੀ। ਭੀਲਣੀ ਜਾਤ ਦੀ ਇਸਤਰੀ ਦੇ ਮਹਾਂਸਵਾਦੀ ਫਲ ਬੜਾ ਸੁੱਖ ਪਾ ਕੇ ਖਾਧੇ ਸਨ। ਪ੍ਰੇਮ ਦੀ ਕੋਈ ਮਰਿਆਦਾ ਨਹੀਂ ਹੁੰਦੀ। ਕਰਨ ਯੋਗ ਜਾਂ ਨਾ ਕਰਨ ਯੋਗ ਨਹੀਂ ਪਹਿਚਾਣਦੇ ਹਾਂ। ਸ਼ਾਸਤਰਾਂ ਵਿੱਚ ਲਿਖੀ ਹੋਈ ਜਾਂ ਲੌਕਿਕ ਰੀਤ ਛੱਡ ਕੇ ਫਿਰ ਪ੍ਰੇਮ ਜਾਣ ਕੇ ਵਰਤਾਰਾ ਕਰਦੇ ਹਾਂ। ਮੈਨੂੰ ਪ੍ਰੇਮ ਅਤੇ ਸਿਦਕ ਪਿਆਰਾ ਹੈ। ਪ੍ਰੇਮ ਦੀ ਕਿਰਿਆ ਦੀ ਵੱਖਰੀ ਸਾਰ ਹੈ। ਪ੍ਰੇਮ ਸਵਾਦ ਨਾਲ ਪ੍ਰੀਤਮ ਤ੍ਰਿਪਤ ਹੋ ਜਾਂਦਾ ਹੈ ਤੇ ਹੋਰ ਸਾਰੇ ਸਵਾਦਾਂ ਨੂੰ ਛੱਡ ਦਿੰਦਾ ਹੈ। ਧੰਨੇ ਜੱਟ ਨੇ ਲੱਸੀ ਪਿਆਈ ਤੇ ਨਾਮ ਦੇ ਪਾਸੋਂ ਦੁੱਧ ਪੀਤਾ। ਦੁਰਯੋਧਨ ਆਦਿ ਹੰਕਾਰੀਆਂ ਨੂੰ ਛੱਡ ਕੇ ਬਿਰਧ ਦੇ ਘਰ ਚਲੇ ਗਏ। ਗੁਰੂ ਜੀ ਨੇ ਪ੍ਰੇਮ ਦੀ ਕਹਾਣੀ ਬਿਆਨ ਕੀਤੀ। ਸਿੱਖਾਂ ਨੇ ਫਿਰ ਗੁਰੂ ਜੀ ਦੀ ਮਹਿਮਾ ਨੂੰ ਮੰਨਿਆ। ਇਹ ਸੁਣ ਕੇ ਸਾਰਿਆਂ ਨੇ ਚਰਨ ਕਮਲਾਂ 'ਤੇ ਬੰਦਨਾ ਕੀਤੀ ਤੇ ਕਿਹਾ, ਤੁਹਾਡੇ ਚਰਿੱਤਰ ਜਾਣੇ ਨਹੀਂ ਜਾ ਸਕਦੇ। ਆਪ ਜੀ ਦੀ ਵੱਡੀ ਅਚਰਜ ਖੇਡ ਹੈ। ਵੇਖ ਸੁਣ ਕੇ ਸਾਰੇ ਹੈਰਾਨ ਰਹਿ ਜਾਂਦੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਸਾਰੀਆਂ ਉੱਚੀਆਂ ਜਾਤੀਆਂ ਨੂੰ ਛੱਡ ਕੇ ਨੀਵੀਂ ਜਾਤ ਵਾਲੇ ਭਾਈ ਲਾਲੋ ਦੇ ਘਰ ਜਾ ਕੇ ਠਹਿਰੇ ਸਨ। ਸਾਰੀ ਸੰਗਤ ਸਤਿਗੁਰੂ ਜੀ ਪਾਸੋਂ ਸੁਣ ਕੇ ਗੁਰੂ ਜੀ ਦੇ ਪ੍ਰੇਮ ਦੇ ਰਸ ਵਿੱਚ ਭਿੱਜ ਗਈ। ਹੱਥ ਜੋੜ ਕੇ ਪ੍ਰੇਮ ਭਗਤੀ ਮੰਗਦੀ ਸੀ। ਕਿਰਪਾ ਕਰਕੇ ਜਿਹੜਾ ਸ਼ੁਭ ਮਾਰਗ ਹੈ ਉਹ ਦਿਓ। ਲੋਕ ਪਰਲੋਕ ਆਪ ਜੀ ਦੇ ਆਸਰੇ ਹਨ। ਸਦਾ ਸਹਾਇਕ ਹੋ ਕੇ ਸਾਡੀ ਰੱਖਿਆ ਕਰੋ। ਆਪਣੇ ਬਿਰਧ ਦੀ ਲਾਜ ਸਦਾ ਸੰਭਾਲੋ। ਸਭ ਸਿੱਖ ਨਾਮ ਦਾ ਜਾਪ ਕਰਨ। ਇਹ ਸੁਣ ਕੇ ਗੁਰੂ ਜੀ ਨੇ ਕਿਰਪਾ ਕੀਤੀ ਤੇ ਮਹਾਨ ਜੰਗਲ ਵਿੱਚ ਸ਼ਿਕਾਰ ਖੇਡਣ ਚਲੇ ਗਏ। ਉੱਥੇ ਜੰਗਲ ਵਿੱਚੋਂ ਇੱਕ ਹੀਰਾ ਮਿਰਗ ਨਿਕਲਿਆ, ਜਿਸ ਦੇ ਸਿਰ ਦੇ ਸਿੰਗ ਬਹੁਤ ਵਧੇ ਹੋਏ ਸਨ। ਹੋਰਨਾਂ ਨੂੰ ਛੱਡ ਕੇ ਉਸ ਦੇ ਪਿੱਛੇ ਬੜੀ ਤੇਜ਼ ਚਾਲ ਨਾਲ ਘੋੜਾ ਲਾਇਆ। ਮਿਰਗ ਬੜੀ ਉੱਚੀ ਉੱਚੀ ਕੁੱਦਦਾ ਸੀ, ਚੌਂਕੜੀਆਂ ਭਰ ਕੇ ਹੈਰਾਨ ਕਰਦਾ ਸੀ। ਸ਼੍ਰੀ ਗੁਰੂ ਹਰਿਰਾਏ ਜੀ ਵੇਖ ਕੇ ਬਹੁਤ ਪ੍ਰਸੰਨ ਹੁੰਦੇ ਸਨ। ਘੋੜਾ ਭਜਾ ਕੇ ਬਹੁਤ ਦੂਰ ਤੱਕ ਪਿੱਛੇ ਜਾ ਕੇ ਹਿਰਨ ਨੂੰ ਹਰਾ ਦਿੱਤਾ ਤੇ ਬਰਾਬਰ ਹੋ ਕੇ ਸਿੰਘਾਂ ਤੋਂ ਫੜ ਕੇ ਉਸ ਥਾਂ ਹੀ ਰੋਕ ਲਿਆ। ਸੇਵਕਾਂ ਨੇ ਆ ਕੇ ਰੱਸਾ ਪਾ ਲਿਆ ਤੇ ਗੁਰੂ ਹਰਿਰਾਏ ਜੀ ਵਾਪਸ ਮੁੜ ਕੇ ਆਪਣੇ ਘਰ ਨੂੰ ਆ ਗਏ। ਪਹਿਲਾਂ ਵੀ ਵਣ ਵਿੱਚੋਂ ਕਾਫੀ ਗਿਣਤੀ ਵਿੱਚ ਹਿਰਨ ਲਿਆਂਦੇ ਹੋਏ ਸਨ। ਉਹਨਾਂ ਸਮੂਹ ਪਸ਼ੂਆਂ ਵਿੱਚ ਉਸ ਨੂੰ ਵੀ ਰਲਾ ਦਿੱਤਾ। ਸਾਰੇ ਜਾਨਵਰਾਂ ਦੇ ਖਾਣ ਪੀਣ ਦੀ ਖਬਰ ਗੁਰੂ ਜੀ ਆਪ ਰੱਖਦੇ ਸਨ। ਕਿਰਪਾ ਦੇ ਘਰ ਭਾਵ ਗੁਰੂ ਜੀ ਉਹਨਾਂ ਨੂੰ ਕਾਫੀ ਸਮਾਂ ਵੇਖ ਕੇ ਪ੍ਰਸੰਨ ਹੁੰਦੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।